राग तनासरी महला पहला। गगन मै थाल रव चंद दीपक बने, तारिका मंडल जनक मोती। धूप मल आन लो पवन चवरो करे। धूप मल आन लो, धूप मल आन लो पवन चवरो करे। सगल बनराय फूलंत ज्योति, कैसी आरती होय भव खंडना तेरी आरती। अनहता शब्द वाजंत भेरी, रहाओ सहस तव नैन नन नैन है तोहे को। सहस मूर्त नना एक तोही, सहस पाद बिमल नान एक पद गंध बिन। सहस तव गंध इव चलत मोही। खालसा जी, ये जो विश्राम पाठी सिंह जी ने लाया है, ये चाल वास्ते है। पंक्ति की चाल इउं बनती है, इसलिए गंध बिन ते विश्राम आया है। अर्थ दे विच जिहड़ा विश्राम समझण वास्ते साडे आ वास्ते आवेगा, सतगुरु जी दे पावन बचन ने सहस पद बिमल नन एक पद गंध बिन सहस तव गंध इव चलत मोही। ये अर्थ वास्ते है, समझण वास्ते है, चाल वास्ते विश्राम पाठी सिंह जी ने सही लाया है। सो इसे तरह ही पाठ होवेगा, सहस पद बिमल नन एक पद गंध बिन सहस तव गंध इव चलत मोही। चाल पंक्ति दी इउं ही चलेगी। सहस पद बिमल नन एक पद गंध बिन सहस तव गंध इव चलत मोही। सब में है जोत जोत है सोय, तिस दै चानण सब में चानण होय। गुर साखी जोत प्रगट होय, जो तिस भावै सो आरती होय। हर चरण कवल मकरंद लोभित मनो, अन दिनो मोह आही प्यासा। कृपा जल देह नानक सारिंग का, होए जाते तेरा नाय वासा। इत्थे आप जी दे वेखण विच आया है अन दिनों। अन दिन जिहड़ा मगरला नन्ना है, इनू होड़ा भी लगा ते औंकड़ भी लगा होया है। इस तो भाव जिहड़ा शब्द है, लफज है, वो है अन दिन नन्ने नू औंकड़ दे नाल। पर चाल वास्ते सतगुरु जी ने नाल इहदे होड़ा भी लगाया होया है। शब्द का असली रूप भी रखिया है, पर नाल उस दी चाल मुताबक उहदे उचारण का तरीका भी दसिया है। अन दिनों जिवें उचारण करके पाठ किया गया, इसे तरह ही पाठ होवेगा जी। राग गौड़ी पूर्वी महला चौथा। काम क्रोध नगर बहु भरिया, मिल साधु खंडल खंडा है। पूर्व लिखत लिखे गुर पाया, मन हर लिव मंडल मंडा है। कर साधु अंजुली पुन वड्डा है, कर डंडाओत पुन वड्डा है। रहाओ साकत हार रास साध ना जानिया, तिन अंतर हौमै कंडा है। ज्यों ज्यों चल है चुभ दुख पाव है। साकत हार रस साध दद्दे नाल है। कई बारी आम अणगਹਿਲੀ ਨਾਲ ਸਾਧ ਨਾ ਜਾਣਿਆ ਧੱਦਾ ਬੋਲ ਦਿੰਦੇ ਆ, ਪਰ ਦੱਦੇ ਨੂੰ ਔਂਕੜ ਲੱਗਾ। ਇਹਦਾ ਅਰਥ ਹੈ ਸਵਾਦ। ਸਾਕਤਾਂ ਨੇ ਹਰ ਰਸ ਦਾ ਸਵਾਦ ਨਹੀਂ ਜਾਣਿਆ। ਸਾਧ ਇਹ ਖਿਆਲ ਰੱਖਣਾ। ਹਾਂਜੀ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲ ਹੈ ਚੁਭੈ ਦੁਖ ਪਾਵ ਹੈ। ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, बहु शोभ खंड ब्रह्मंडा है। हम गरीब मस्कीन प्रभ तेरे, हर राख राख वड वड्डा है। जन नानक नाम आधार टेक है,
ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਕਰੋ ਵੀ ਕਰ ਜਾਂਦੇ ਆ, ਪਾਠ ਹੈ ਊੜੇ ਨਾਲ ਹੈ, ਕਰੋ ਬੇਨੰਤੀ, ਇਹ ਵੀ ਖਿਆਲ ਰੱਖਣਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾੜ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਔਧ ਘਟੈ ਦਿਨ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪੀਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਹ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਾਉ ਕਰ ਸੰਤਨ ਕੀ ਧੂਰੇ। ਮੋਕੋ ਨਹੀਂ, ਕੱਕੇ ਤੇ ਹੋੜਾ ਲਾ ਕੇ ਪਾਠ ਨਹੀਂ ਕਰਨਾ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਾਓ, ਕੱਕਾ ਊੜੇ ਔਂਕੜ, ਮੋਹ ਕਾਓ ਕਰ ਸੰਤਨ ਕੀ ਧੂਰੇ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ। ਸਾਧ ਸੰਗਤ ਜੀ, ਰਾਗਾਂ ਦੀ ਆਰੰਭਤਾ ਹੋਈ ਹੈ। ਪੰਚਮ ਪਾਤਸ਼ਾਹ ਜੀ ਵਕਤ ਉਦੋਂ ਤੱਕ ਜਿਨ੍ਹਾਂ ਨਿਤਨੇਮ ਪ੍ਰਚਲਿਤ ਸੀ, ਉਹਨਾਂ ਨਿਤਨੇਮ ਦੀਆਂ ਤਿੰਨਾਂ ਬਾਣੀਆਂ ਦਾ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਥਾਨ ਰੱਖਿਆ ਹੈ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ, ਸ਼ਾਮ ਨੂੰ ਸੋਦਰ, ਰਾਤ ਨੂੰ ਸੌਣ ਲੱਗਿਆਂ ਸੋਹਿਲਾ। ਇਹ ਤਿੰਨ ਬਾਣੀਆਂ ਦਾ ਵਿਸ਼ੇਸ਼ ਤੌਰ 'ਤੇ ਨਿਤਨੇਮ ਪੰਚਮ ਪਾਤਸ਼ਾਹ ਜੀ ਤੱਕ ਪ੍ਰਚਲਿਤ ਹੋਇਆ ਹੈ। ਸੋ ਉਹ ਤਿੰਨੇ ਬਾਣੀਆਂ ਸਤਿਗੁਰੂ ਜੀ ਨੇ ਪਹਿਲਾਂ ਪ੍ਰਮੁੱਖ ਰੱਖੀਆਂ ਨੇ, ਸਭ ਤੋਂ ਪਹਿਲਾਂ ਅੰਕਿਤ ਕੀਤੀਆਂ ਨੇ। ਹੁਣ ਅੱਗੇ ਰਾਗਾਂ ਦੀ ਕਿਰਿਆ, ਰਾਗਾਂ ਦਾ ਕਰਮ ਆਰੰਭ ਹੋ ਰਿਹਾ ਹੈ। ਔਰ ਸਭ ਤੋਂ ਪਹਿਲਾ ਰਾਗ ਇਹ ਸ੍ਰੀ ਰਾਗ ਹੈ। ਸ੍ਰੀ ਰਾਗ ਤੋਂ ਆਰੰਭਤਾ ਹੋ ਰਹੀ ਹੈ। ਔਰ ਆਰੰਭ ਵਿੱਚ ਹੀ ਜਿਹੜਾ ਸਿਰਲੇਖ ਆਇਆ ਹੈ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪੱਪਾ ਹਾਹੇ ਸਿਆਰੀ ਲੱਲੇ ਕੰਨਾ ਅੱਖਰਾਂ ਵਿੱਚ ਵੀ ਸਤਿਗੁਰੂ ਜੀ ਨੇ ਲਿਖਿਆ ਹੈ। ਔਰ ਅੱਗੇ ਏਕਾ ਅੰਕ ਵੀ ਪਾਇਆ ਹੈ। ਅੱਗੇ ਘਰ ਪਹਿਲਾ। ਘਰ ਸੁਰ ਤਾਰ ਨਾਲ ਸੰਬੰਧ ਰੱਖਦਾ ਹੈ। ਰਾਗ ਦੇ ਗਾਇਨ ਕਰਨ ਦੇ ਭਾਰਤੀ ਸੰਗੀਤ ਪੱਧਤੀ ਮੁਤਾਬਕ 64 ਧਾਮ ਮੰਨੇ ਜਾਂਦੇ ਨੇ। ਸੰਸਕ੍ਰਿਤ ਵਿੱਚ ਧਾਮ, ਗੁਰਮੁਖੀ ਵਿੱਚ ਉਸ ਨੂੰ ਘਰ ਕਿਹਾ ਹੈ। ਗੁਰਬਾਣੀ 17 ਘਰਾਂ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਜਿਹੜਾ ਅੱਖਰਾਂ ਵਿੱਚ ਵੀ ਪਹਿਲਾ ਆਇਆ ਔਰ ਅੱਗੇ ਵੀ ਏਕਾ ਆਇਆ ਹੈ, ਇਹ ਅੱਖਰਾਂ ਵਿੱਚ ਪਹਿਲਾ ਲਿਖਣ ਤੋਂ ਭਾਵ ਸਤਿਗੁਰੂ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਇਸ ਨੂੰ ਮਹੱਲਾ ਇੱਕ ਨਹੀਂ ਕਹਿਣਾ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਨਹੀਂ ਬੋਲਣਾ, ਮਹੱਲਾ ਪਹਿਲਾ ਕਹਿ ਕੇ ਉਚਾਰਨ ਕਰਨਾ ਹੈ। ਇਹਨਾਂ ਜਿਹੜਾ ਅੰਕਾਂ ਦਾ ਉਚਾਰਨ ਦਾ ਢੰਗ ਹੈ, ਇਹ ਸਦਾ ਵਾਸਤੇ ਭਾਈ ਯਾਦ ਰੱਖ ਲੈਣਾ, ਅਗਾਂਹ ਸਮਝ ਲੈਣਾ। ਗੁਰਬਾਣੀ ਵਿੱਚ ਜਿੱਥੇ ਸਤਿਗੁਰੂ ਜੀ ਨੇ ਅੱਖਰ ਪਹਿਲਾਂ ਲਿਖੇ ਨੇ ਤੇ ਅੰਕ ਬਾਅਦ ਵਿੱਚ ਲਿਖਿਆ ਹੈ, ਇਹਦਾ ਉਚਾਰਨ ਇੱਕੋ ਵਾਰੀ ਹੋਵੇਗਾ, ਦੁਬਾਰਾ ਨਹੀਂ ਹੋਵੇਗਾ। ਪਰ ਜਿੱਥੇ ਅੰਕ ਪਹਿਲਾਂ ਲਿਖ ਕੇ ਅੱਖਰਾਂ ਵਿੱਚ ਦੁਬਾਰਾ ਲਿਖਿਆ ਹੋਵੇ, ਉਹਦਾ ਉਚਾਰਨ ਦੁਬਾਰਾ ਹੋਵੇਗਾ। ਜਿਵੇਂ ਇੱਥੇ ਮਹਾਰਾਜ ਨੇ ਅੱਖਰਾਂ ਵਿੱਚ ਪਹਿਲਾਂ ਲਿਖਿਆ ਹੈ, ਏਕਾ ਬਾਅਦ ਵਿੱਚ ਲਿਖਿਆ ਹੈ। ਇੱਥੇ ਅਸੀਂ ਇੱਕੋ ਵਾਰ ਹੀ ਬੋਲਾਂਗੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਜੇ ਇੱਥੇ ਏਕਾ ਪਹਿਲਾਂ ਹੁੰਦਾ ਤੇ ਪਹਿਲਾ ਅੱਖਰਾਂ ਵਿੱਚ ਬਾਅਦ ਵਿੱਚ ਹੁੰਦਾ ਤਾਂ ਪਹਿਲਾ ਆਪਾਂ ਇਉਂ ਥੋੜੀ ਜਮਕ ਦੇ ਕੇ ਦੁਬਾਰਾ ਉਚਾਰਨ ਕਰਨਾ ਸੀ। ਅਗਾਂਹ ਐਸਾ ਪਾਠ ਆਵੇਗਾ ਗੁਰਬਾਣੀ ਵਿੱਚ ਜਿੱਥੇ ਅੰਕ ਪਹਿਲਾਂ ਹੈ ਤੇ ਅੱਖਰ ਬਾਅਦ ਵਿੱਚ ਨੇ, ਉੱਥੇ ਇਹ 2 ਵਾਰ ਉਚਾਰਨ ਕੀਤਾ ਜਾਂਦਾ ਹੈ। ਪਰ ਜਿੱਥੇ ਅੰਕ ਬਾਅਦ ਵਿੱਚ ਆਵੇ ਉਸ ਦਾ ਉਚਾਰਨ ਨਹੀਂ ਹੋਣਾ। ਇਹ ਨਿਯਮ ਹੈ, ਇਹ ਅਸੂਲ ਹੈ ਜਿਹੜਾ ਆਰੰਭ ਤੋਂ ਚੱਲਿਆ ਆ ਰਿਹਾ ਹੈ। ਇਸ ਅਸੂਲ ਨੂੰ ਚੇਤੇ ਰੱਖਣਾ।